ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਦੋਸਤੋ, ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਪੰਜਾਬ ਦੇ ਵਿੱਚ ਮੌਸਮ ਬੇਸ਼ੱਕ ਦਿਨ ਦੇ ਵੇਲੇ ਲੰਘੇ ਕੱਲ੍ਹ ਠੀਕ ਸੀ, ਕਿਉਂਕਿ ਧੁੱਪ ਨਿਕਲੀ, ਪਰ ਧੁੱਪ ਨਾ ਹੋਇਆ ਵਰਗੀ ਸੀ। ਯਾਨੀ ਕਿ ਹੁਣ ਧੁੱਪ ਦੇ ਵਿੱਚੋਂ ਨਿੱਘ ਆ ਜਿਹੜਾ ਉਹ ਗਾਇਬ ਹੁੰਦਾ ਜਾ ਰਿਹਾ। ਤੇ ਮੌਸਮ ਵਿਭਾਗ ਨੇ ਇਹ ਭਵਿੱਖਬਾਣੀ ਕੀਤੀ ਆ ਕਿ ਠਾਰੀ ਹੋਰ ਚੜ੍ਹਨੀ ਆ ਤੇ ਆਉਂਦੇ 48 ਘੰਟਿਆਂ ਦੇ ਵਿੱਚ ਹਰਿਆਣਾ, ਪੰਜਾਬ ਤੇ ਦਿੱਲੀ ਦੇ ਅੰਦਰ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਬਾਕੀ ਵਕਤ ਦੱਸੂ ਕਿ ਮੌਸਮ ਖਰਾਬ ਰਹਿੰਦਾ ਕਿ ਨਹੀਂ, ਪਰ ਸਾਡੀ ਇਸ ਗੱਲ ਦੀ ਆਸ ਤੇ ਅਰਦਾਸ ਹੈ ਕਿ ਮੌਸਮ ਠੀਕ ਠਾਕ ਰਹੇ, ਕਿਉਂਕਿ ਕਿਸਾਨ ਭਾਈਚਾਰੇ ਦੇ ਵੱਲੋਂ ਜਿਵੇਂ ਅੰਦੋਲਨ ਵਿੱਢਿਆ ਹੋਇਆ, ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣੀ ਚਾਹੀਦੀ। ਹੁਣ ਜੇ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਆ ਤਾਂ ਭਾਰਤ ਦੀ ਸਰਕਾਰ ਕਹਿ ਲਈਏ ਜਾਂ ਖੁਫੀਆ ਏਜੰਸੀਆਂ ਦੀ ਗੱਲ ਕਰ ਲਈਏ ਜਾਂ ਕੁਝ ਸ਼ਰਾਰਤੀ ਅਨਸਰਾਂ ਦੀ ਗੱਲ ਕਰ ਲਈਏ, ਉਹ ਵਾਰ-ਵਾਰ ਇਹ ਗੱਲ ਕਹਿ ਰਹੇ ਆ ਕਿ ਇਸ ਅੰਦੋਲਨ ਦੇ ਵਿੱਚ ਜਿਹੜਾ ਕਿ ਦਿੱਲੀ ਦੇ ਵੱਖ-ਵੱਖ ਬਾਰਡਰਾਂ ਦੇ ਉੱਤੇ ਕਿਸਾਨਾਂ ਨੇ ਛੇੜਿਆ ਹੋਇਆ, ਇਹਦੇ ਵਿੱਚ ਗਲਤ ਅਨਸਰ ਵੜ ਗਏ ਆ। ਅੱਜ ਮੈਨੂੰ ਇਸ ਗੱਲ ਦੇ ਉੱਤੇ ਨਿੱਜੀ ਤੌਰ ਦੇ ਉੱਤੇ ਬੜਾ ਦੁੱਖ ਹੋਇਆ ਕਿ ਕਈ ਕਿਸਾਨਾਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਆ। ਜਿਹੜੇ ਬਾਰਡਰਾਂ ਦੇ ਉੱਤੇ ਕਿਸਾਨ ਬੈਠੇ ਆ, ਉਹਨਾਂ ਦੇ ਉੱਤੇ ਪਰਚੇ ਦਰਜ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ, ਜਿਹਦੇ ਕਰਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਇਹ ਸਾਰਾ ਕੁਝ ਬਰਦਾਸ਼ਤ ਨਹੀਂ ਕਰਾਂਗੇ। ਕਹਿੰਦੇ ਜੀ ਕਰੋਨਾ ਮਹਾਮਾਰੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਹ ਤਾਂ ਜੀ ਰੈੱਡ ਲਾਈਟ ਵਾਲੇ ਏਰੀਏ ਦੇ ਵਿੱਚ ਬੈਠ ਜਾਂਦੇ ਆ। ਇਹਨਾਂ ਦੇ ਵੱਲੋਂ ਤਾਂ ਜੀ ਆਵਾਜਾਈ ਨੂੰ ਪ੍ਰਭਾਵਿਤ ਕੀਤਾ ਗਿਆ। ਆਵਾਜਾਈ ਪ੍ਰਭਾਵਿਤ ਆ ਜਿਹੜੀ ਪੰਜਾਬ ਦੇ ਵਿੱਚ ਲੰਮਾ ਸਮਾਂ ਹੁੰਦੀ ਰਹੀ ਹੈ। ਹੁਣ ਵੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਕਿਸਾਨ ਆ ਜਿਹੜੇ ਉਹ ਸੜਕਾਂ ਦੇ ਉੱਤੇ ਦਿੱਲੀ ਦੇ ਵਿੱਚ ਬੈਠੇ ਆ। ਪਰ ਜੇਕਰ ਪਹਿਲੇ ਦਿਨ ਤੋਂ ਤੁਹਾਨੂੰ ਨਹੀਂ ਸਮੱਸਿਆ ਆਈ ਤਾਂ ਹੁਣ ਜਦੋਂ ਪ੍ਰਸਤਾਵ ਭੇਜੇ ਸਰਕਾਰ ਨੇ, ਉਸ ਤੋਂ ਬਾਅਦ ਕਿਸਾਨਾਂ ਨੇ ਉਹ ਪ੍ਰਸਤਾਵ ਰੱਦ ਕਰਤੇ ਆ। ਤੇ ਫਿਰ ਉਸ ਤੋਂ ਬਾਅਦ ਹੀ ਕਿਉਂ ਚੇਤੇ ਆਇਆ ਜੀ ਕਿ ਲਾਲ ਬੱਤੀ ਵੀ ਪ੍ਰਭਾਵਿਤ ਹੁੰਦੀ ਹੈ। ਇਹ ਤਾਂ ਜੀ ਕਰੋਨਾ ਵੀ ਛਿੜ ਰਿਹਾ, ਇਹ ਤਾਂ ਜੀ ਆਹ ਵੀ ਕਾਰਨ ਹੈ, ਇਹ ਤਾਂ ਆਹ ਵੀ ਕਾਰਨ ਆ। ਕਹਿਣ ਦਾ ਭਾਵ ਇਹ ਹੈ ਕਿ ਕਈ ਬਹਾਨੇ ਬਣਾ ਕੇ ਕਿਸਾਨਾਂ ਦੇ ਉੱਤੇ ਪਰਚੇ ਦਰਜ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ। ਆਉਂਦੇ ਸਮੇਂ ਦੇ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਇਹ ਗੱਲ ਸ਼ਾਮਲ ਹੋਊ ਕਿ ਨਹੀਂ ਵੀ ਦਰਜ ਹੋਏ ਸਾਰੇ ਪਰਚੇ ਰੱਦ ਕੀਤੇ ਜਾਣ, ਇਹ ਵਕਤ ਬਿਆਨ ਕਰੂਗਾ। ਪਰ ਅੱਜ ਜਿਵੇਂ ਖੁਫੀਆ ਏਜੰਸੀਆਂ ਦੀ ਰਿਪੋਰਟ ਆਈ ਆ, ਉਹਨਾਂ ਨਵੀਂ ਗੱਲ ਕਹਿਤੀ ਆ। ਉਹ ਕਹਿੰਦੇ ਜੀ ਕਿ ਕਿਸਾਨ ਅੰਦੋਲਨ ਦੇ ਵਿੱਚ ਕੁਝ ਕੁ ਗਲਤ ਅਨਸਰ ਵੜ ਗਏ ਆ। ਇਹਨਾਂ ਅਨਸਰਾਂ ਦੇ ਵੱਲੋਂ ਆਉਂਦੇ ਦਿਨਾਂ ਦੇ ਵਿੱਚ ਮਾਹੌਲ ਨੂੰ ਭੜਕਾਇਆ ਜਾ ਸਕਦਾ। ਇਹ ਗੱਲ ਕਹੀ ਗਈ ਹੈ ਜੀ ਕਿ ਅੱਗਾਂ ਵੀ ਲੱਗ ਸਕਦੀਆਂ, ਕਈ ਗੱਲਾਂ ਹੋਰ ਕਹੀਆਂ। ਮੈਨੂੰ ਇਸ ਗੱਲ ਦਾ ਪੂਰਾ ਗਿਆਨ ਨਹੀਂ ਕਿ ਜਿਹੜੇ ਇਹ ਲੋਕ ਬੈਠਿਆਂ ਦੀ ਗੱਲ ਕਰਦੇ ਆ, ਖਾਸ ਕਰਕੇ ਖੁਫੀਆ ਏਜੰਸੀਆਂ ਗੱਲ ਕਰ ਰਹੀਆਂ, ਇਹ ਸਰਕਾਰਾਂ ਦੇ ਵੱਲੋਂ ਆਪੇ ਵਾੜੇ ਗਏ ਆ ਜਾਂ ਆਪ ਮੁਹਾਰੇ ਵੜ ਗਏ ਆ। ਪਰ ਨਰਿੰਦਰ ਸਿੰਘ ਤੋਮਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ, ਕੇਂਦਰੀ ਖੇਤੀਬਾੜੀ ਵਿਭਾਗ ਦੇ ਮੰਤਰੀ ਦੇ ਵੱਲੋਂ, ਕਿ ਉਮਰ ਖਾਲਿਦ ਦੇ ਪੋਸਟਰ ਲੈ ਕੇ ਤੇ ਹੋਰ ਕਈ ਲੋਕਾਂ ਦੇ ਪੋਸਟਰ ਲੈ ਕੇ ਤੇ ਇੱਥੇ ਪ੍ਰਦਰਸ਼ਨ ਕਰਨ ਦੀ ਧੁੱਕੀ ਬਣਦੀ ਹੈ। ਹਾਲਾਂਕਿ ਇਹ ਗੱਲ ਆਪਣੀ ਥਾਂ ਦੇ ਉੱਤੇ ਸਹੀ ਹੈ ਵੀ ਜਿਹੜੇ ਵੀ ਲੋਕ ਪੋਸਟਰ ਲੈ ਕੇ ਵੜੇ ਆ, ਉਹਨਾਂ ਦੇ ਬਾਬਤ ਜਾਣਕਾਰੀ ਹੋਣੀ ਚਾਹੀਦੀ ਹੈ। ਪਰ ਮੈਨੂੰ ਇਹ ਲੱਗਦਾ ਨਿੱਜੀ ਤੌਰ ਦੇ ਉੱਤੇ ਵੀ ਜਿਹੜੇ ਕੰਮ ਦੇ ਲਈ ਅਸੀਂ ਘਰੋਂ ਤੁਰੇ ਆ, ਪਹਿਲਾਂ ਉਹ ਮਸਲਾ ਹੱਲ ਹੋਣਾ ਚਾਹੀਦਾ। ਦੇਖੋ, ਭਾਰਤ ਦੇ ਵਿੱਚ ਬਹੁਤ ਸਾਰੇ ਵੱਡੇ ਮਸਲੇ ਆ। ਅਸੀਂ ਚਾਹੁੰਦੇ ਕਿ ਉਹਨਾਂ ਸਾਰੇ ਮਸਲਿਆਂ ਦਾ ਹੱਲ ਨਿਕਲੇ, ਪਰ ਜੇਕਰ ਅਸੀਂ ਇੱਥੇ ਖੇਤੀ ਕਾਨੂੰਨ ਵਾਪਸ ਲਓ, ਇਹਦੇ ਲਈ ਦਬਾਅ ਬਣਾਉਂਦੇ ਆ, ਇਕੱਲੇ ਇਸ ਮਸਲੇ ਨੂੰ ਚੁੱਕਦੇ ਆ, ਤਾਂ ਗੱਲ ਹੋਰ ਆ ਤੇ ਸਾਡੀ ਇਸ ਗੱਲ ਦੇ ਵਿੱਚ ਵਜ਼ਨ ਵੀ ਆ। ਪਰ ਜੇਕਰ ਅਸੀਂ ਨਾਲ ਹੋਰ 5-7 ਮੁੱਦੇ ਚੁੱਕਾਂਗੇ, ਫਿਰ ਹੌਲੀ ਹੌਲੀ ਹੋਰ ਮੁੱਦੇ ਨਾਲ ਜੋੜ ਲਾਂਗੇ, ਤਾਂ ਇਹਦੇ ਨਾਲ ਸਾਡਾ ਜਿਹੜਾ ਅਸਲ ਮਨੋਰਥ ਆ ਉਹਦਾ ਬਹੁਤ ਵੱਡੇ ਪੱਧਰ ਦੇ ਉੱਤੇ ਭੰਗ ਹੋਣਾ ਕੁਦਰਤੀ ਹੈ। ਇਸ ਕਰਕੇ ਜ਼ਰੂਰਤ ਹੈ ਇਸ ਗੱਲ ਦੀ ਹੈ ਕਿ ਸਿਰਫ ਇੱਕ ਮਨ ਇੱਕ ਚਿੱਤ ਹੋ ਕੇ ਕਿਸਾਨੀ ਦੀ ਬਾਤ ਪਾਈ ਜਾਵੇ। ਕਿਸਾਨ ਅੰਦੋਲਨ ਦੇ ਵਿੱਚ ਸਿਰਫ ਕਿਸਾਨੀ ਦੀ ਗੱਲ ਹੋਵੇ। ਪਰ ਇਸ ਵਕਤ ਬੜਾ ਬੋਚ ਕੇ ਪੈਰ ਪੱਟਣ ਦੀ ਲੋੜ ਹੈ, ਕਿਉਂਕਿ ਖਬਰਾਂ ਇਹ ਵੀ ਮਿਲੀਆਂ ਕਿ ਕੁੰਡਲੀ ਬਾਰਡਰ ਦੇ ਉੱਤੇ ਰਾਤ ਦੇ ਵੇਲੇ ਠੀਕਰੀ ਪਹਿਰਾ ਦਿੱਤਾ ਜਾ ਰਿਹਾ। ਇਵੇਂ ਟਿਕਰੀ ਬਾਰਡਰ ਦੇ ਉੱਤੇ ਵੀ ਸਖਤ ਠੀਕਰੀ ਪਹਿਰਾ ਦੇਣ ਦੀ ਲੋੜ ਮਹਿਸੂਸ ਹੋਈ ਹੈ। ਕਾਰਨ ਇਹ ਆ ਵੀ ਕਈ ਲੋਕ ਸ਼ਰਾਰਤੀ ਅਨਸਰ ਆ ਜਿਹੜੇ ਵਿੱਚ ਅੰਦੋਲਨ ਦੇ ਵੜ ਰਹੇ ਆ, ਜਿਨ੍ਹਾਂ ਦੇ ਵੱਲੋਂ ਆਉਂਦੇ ਦਿਨਾਂ ਦੇ ਵਿੱਚ ਪਤਾ ਨਹੀਂ ਕੀ ਚੰਦ ਚਾੜਿਆ ਜਾ ਸਕਦਾ। ਇਸ ਕਰਕੇ ਕਿਸਾਨ ਵੀਰਾਂ ਨੂੰ ਵੀ ਬੇਨਤੀ ਹੈ ਕਿ ਜੇਕਰ ਤੁਹਾਡੀਆਂ ਟਰਾਲੀਆਂ ਦੇ ਨੇੜੇ, ਟਰੈਕਟਰਾਂ ਦੇ ਨੇੜੇ ਕੋਈ ਸ਼ਰਾਰਤੀ ਅਨਸਰ ਦਿਸੇ, ਜੇਕਰ ਰਾਤ ਨੂੰ ਕੋਈ ਗੜਬੜੀ ਕਰਨ ਵਾਲਾ ਬੰਦਾ ਦਿਸਦਾ, ਤਾਂ ਉਹਦੇ ਖਿਲਾਫ ਬਣਦੀ ਸਰਦੀ ਕਾਰਵਾਈ ਕਰਨੀ ਚਾਹੀਦੀ ਹੈ। ਉਹਦੇ ਕੋਲੋਂ ਪੁੱਛ ਪੜਤਾਲ ਕਰਨੀ ਚਾਹੀਦੀ ਹੈ। ਪਹਿਰੇ ਦੇਣ ਦੀ ਇਸ ਵਕਤ ਬੜੇ ਸਖਤ ਪੱਧਰ ਦੇ ਉੱਤੇ ਲੋੜ ਆ, ਕਿਉਂਕਿ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਵੀ ਇਹ ਚਾਹੁੰਦੀ ਹੈ ਜੀ ਕਿ ਸਾਰਾ ਕੁਝ ਖਿੰਡ ਪੁੱਡ ਜਾਵੇ। ਤੇ ਸਾਡਾ ਜਿਹੜਾ ਨੈਸ਼ਨਲ ਮੀਡੀਆ ਉਹ ਵੀ ਇਹ ਚਾਹੁੰਦਾ ਜੀ ਕਿ ਜਦੋਂ ਉਹ ਮੋਦੀ ਦੀ ਗੋਦੀ ਦੇ ਵਿੱਚ ਬੈਠਾ ਹੋਇਆ ਤਾਂ ਉਹਨਾਂ ਦੀ ਇੱਛਾ ਇਹ ਹੈ ਜੀ ਕਿ ਸਾਰਾ ਕੁਝ ਵਾਪਸ ਚਲਾ ਜਾਵੇ ਤੇ ਇੱਥੇ ਸਾਰਾ ਕੁਝ ਪੱਧਰਾ ਹੋ ਜਾਵੇ। ਪਰ ਅੱਜ ਬੀਜੇਪੀ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਅਸੀਂ ਕਿਸਾਨਾਂ ਦੇ ਭੁਲੇਖੇ ਕੱਢਣ ਦੇ ਲਈ ਭਾਰਤ ਦੇ ਅੰਦਰ 700 ਦੇ ਕਰੀਬ ਪ੍ਰੈਸ ਕਾਨਫਰੰਸ ਕਰਾਂਗੇ। ਅਸੀਂ ਹਰ ਸ਼ਹਿਰ ਦੇ ਵਿੱਚ ਬਹੁਤ ਵੱਡੇ ਸਮਾਗਮ ਰੱਖਾਂਗੇ ਤਾਂ ਜੋ ਕਿਸਾਨ ਅੰਦੋਲਨ ਜਿਹੜਾ, ਜਾਂ ਕਹਿ ਲਈਏ ਖੇਤੀ ਕਾਨੂੰਨ ਆ ਜਿਹੜੇ, ਇਹਦੇ ਮੁਤਲਕ ਜਿਨ੍ਹਾਂ ਨੂੰ ਜਾਣਕਾਰੀ ਗਲਤ ਹੈ ਤੇ ਉਹ ਅਸੀਂ ਜਾਣਕਾਰੀ ਜਿਹੜੀ ਮੁਹੱਈਆ ਕਰਵਾ ਸਕੀਏ। ਯਾਨੀ ਕਿ ਖੇਤੀ ਕਾਨੂੰਨ ਵਾਪਸ ਨਹੀਂ ਲੈਣੇ, ਆਪਾਂ 700 ਪ੍ਰੈਸ ਕਾਨਫਰੰਸ ਕਰ ਲੈਣੀ ਹੈ। ਯਾਨੀ ਕਿ ਅਸੀਂ ਕਿਸਾਨਾਂ ਦੀ ਮੰਗ ਨਹੀਂ ਮੰਨਣੀ, ਇਹ ਗੱਲ ਦੱਸਣੀ ਹੈ ਕਿ ਅਸੀਂ ਮੁਨਾਫਾ ਕਿਵੇਂ ਦੇ ਰਹੇ ਹਾਂ। ਜਿਨ੍ਹਾਂ ਨੇ ਮੁਨਾਫੇ ਦੀ ਬਾਤ ਨੂੰ ਕਬੂਲ ਨਹੀਂ ਕੀਤਾ, ਉਹਨਾਂ ਦੇ ਉੱਤੇ ਕਾਂਟਾ ਫੇਰ ਕੇ ਤੇ ਜਾਣਾ ਹੈਗਾ ਸ਼ਹਿਰਾਂ ਦੇ ਵਿੱਚ ਜਿਹੜੇ ਲੋਕਾਂ ਨੇ ਖੇਤੀਬਾੜੀ ਨਹੀਂ ਕਰਨੀ। ਪੇਂਡੂ ਖੇਤਰ ਨੂੰ ਆਪਾਂ ਭਰੋਸੇ 'ਚ ਨਹੀਂ ਲੈਣਾ, ਸ਼ਹਿਰੀ ਖੇਤਰ ਨੂੰ ਇਹ ਦੱਸਣਾ ਜੀ ਕਿ ਦੇਖੋ ਅਸੀਂ ਇਹਨਾਂ ਲੋਕਾਂ ਦਾ ਆਹ ਫਾਇਦਾ ਕੀਤਾ, ਇਹ ਸਾਡੀ ਗੱਲ ਮੰਨੇ ਨਹੀਂ। ਇੰਨਾ ਕੁਝ ਕਰਨ ਦੇ ਨਾਲੋਂ 700 ਪ੍ਰੈਸ ਕਾਨਫਰੰਸ ਕਰਨ
ਬੰਨੇ ਨਾਲੋਂ ਤੁਸੀਂ 7 ਮਿੰਟਾਂ ਦੇ ਵਿੱਚ ਗੱਲ ਇਹ ਸਾਫ਼ ਕਰ ਲਓ ਵੀ ਚਲੋ ਤੁਹਾਨੂੰ ਖੇਤੀ ਕਾਨੂੰਨ ਮਾਫਕ ਨਹੀਂ, ਤੁਹਾਨੂੰ ਚੰਗੇ ਨਹੀਂ ਲੱਗਦੇ, ਇਹ ਤੁਹਾਨੂੰ ਮੁਨਾਫੇਬੰਦ ਨਹੀਂ ਲੱਗਦੇ, ਆਹ ਲਓ ਜੀ ਇਹਦੇ ਉੱਤੇ ਕਾਟਾ ਫੇਰਤਾ, ਗੱਲ ਖਤਮ ਕਰੋ। ਜਾਂ ਫਿਰ ਇਹ ਕਹਿ ਦਿਓ ਕਿ ਅਸੀਂ ਸਵਾਮੀਨਾਥਨ ਫਾਰਮੂਲਾ ਲਾਗੂ ਕਰ ਦਿੱਤਾ, ਇਹ ਦੱਸੋ ਜੀ ਹੁਣ ਸਾਡੇ ਵਿੱਚ ਗੜਬੜੀ ਕਿਹੜੀ ਹੈ। ਤੁਸੀਂ 5-6 ਮੀਟਿੰਗਾਂ ਕੀਤੀਆਂ, 5-6 ਮੀਟਿੰਗਾਂ ਦੇ ਵਿੱਚ ਗੱਲਾਂ ਸਮਝਾਈਆਂ ਹੀ ਆ, ਆਪ ਤਾਂ ਸਮਝੇ ਨਹੀਂ, ਤੇ ਹੁਣ ਜਿਨ੍ਹਾਂ ਦੇ ਨਾਲ ਮਸਲਾ ਜੁੜਿਆ ਹੋਇਆ ਉਹਨਾਂ ਨੂੰ ਆਪਾਂ ਪਰੇ ਰੱਖ ਕੇ ਤੇ ਪੂਰੇ ਭਾਰਤ ਦੇ ਵਿੱਚ ਰੈਲੀਆਂ ਦਾ ਸਿਲਸਿਲਾ ਸ਼ੁਰੂ ਕਰਾਂਗੇ, ਪ੍ਰੈਸ ਕਾਨਫਰੰਸਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਯਾਨੀ ਕਿ ਅਸੀਂ ਆਪਦੇ ਵੋਟ ਬੈਂਕ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਆ। ਕਿਸਾਨ ਭਾਵੇਂ ਢੱਠੇ ਖੂਹ ਦੇ ਵਿੱਚ ਜਾਣ, ਬੀਜੇਪੀ ਦੇ ਨੇਤਾਵਾਂ ਦੀ ਸ਼ਾਇਦ ਇਹ ਸੋਚ ਹੈਗੀ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। 2 ਹਫ਼ਤਿਆਂ ਤੋਂ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਦਿੱਲੀ ਸਰਹੱਦ ਦੇ ਉੱਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਦਰਮਿਆਨ ਕਈ ਵਾਰ ਗੱਲਬਾਤ ਹੋਈ ਹੈ, ਪਰ ਸਾਹਮਣੇ ਕੁਝ ਵੀ ਨਹੀਂ ਆਇਆ। ਹੁਣ ਕਿਸਾਨ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਵਾਸਤੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਇਸ ਅੰਦੋਲਨ ਉੱਤੇ ਕੇਂਦਰ ਸਰਕਾਰ ਤੋਂ ਇਲਾਵਾ ਵੱਖ-ਵੱਖ ਸੁਰੱਖਿਆ ਏਜੰਸੀਆਂ ਦੀ ਨਜ਼ਰ ਹੈ। ਇਸ ਦੌਰਾਨ ਖੁਫੀਆ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਕਈ ਲੋਕਾਂ ਦੇ ਵੱਲੋਂ, ਖਾਸ ਕਰਕੇ ਕੱਟੜਪੰਥੀ ਤੱਤਾਂ ਦੇ ਵੱਲੋਂ ਕਿਸਾਨਾਂ ਦੇ ਅੰਦੋਲਨ ਨੂੰ ਹਾਈਜੈਕ ਕਰ ਲਿਆ। ਖੁਫੀਆ ਸੂਤਰਾਂ ਦਾ ਇਹ ਕਹਿਣਾ ਕਿ ਕੱਟੜਪੰਥੀ ਸੰਗਠਨ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਹਿੰਸਾ, ਅਗਨ ਭੇਟ ਕਰਨ ਤੇ ਜਨਤਕ ਜਾਇਦਾਦ ਦੇ ਨੁਕਸਾਨ ਦੇ ਲਈ ਭੜਕਾਉਣ ਵਾਸਤੇ ਯੋਜਨਾ ਬਣਾ ਸਕਦੇ ਨੇ। ਖੁਫੀਆ ਵਿਭਾਗ ਦੀ ਰਿਪੋਰਟ ਦੇ ਉੱਤੇ ਕਿਸਾਨ ਆਗੂ ਰਾਕੇਸ਼ ਟਕੈਤ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਰਾਕੇਸ਼ ਨੇ ਕਿਹਾ ਕਿ ਸਾਨੂੰ ਇੱਥੇ ਇਹੋ ਜਿਹੇ ਲੋਕ ਨਜ਼ਰ ਨਹੀਂ ਆਏ। ਫਿਰ ਵੀ ਜੇ ਖੁਫੀਆ ਏਜੰਸੀਆਂ ਇਸ ਅੰਦੋਲਨ ਦੇ ਉੱਤੇ ਨਿਗਾਹ ਰੱਖ ਰਹੀਆਂ ਨੇ ਤਾਂ ਉਹਨਾਂ ਲੋਕਾਂ ਨੂੰ ਫੜ ਲੈਣ ਜਿਹੜੇ ਕਿ ਗਲਤ ਲੱਗਦੇ ਨੇ। ਟਕੈਤ ਨੇ ਕਿਹਾ ਕਿ ਸਾਡੀ ਸੈਂਟਰਲ ਇੰਟੈਲੀਜੈਂਸ ਇੰਨੀ ਕਮਜ਼ੋਰ ਨਹੀਂ ਜਿਹੜੀ ਉਹਨਾਂ ਨੂੰ ਫੜ ਹੀ ਨਹੀਂ ਸਕਦੀ। ਉਹ ਲੋਕ ਜੋ ਗਲਤ ਪ੍ਰਚਾਰ ਕਰ ਰਹੇ ਨੇ, ਏਜੰਸੀ ਨੂੰ ਉਹਨਾਂ ਦੇ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ। ਰਾਕੇਸ਼ ਟਕੈਤ ਨੇ ਕਿਹਾ ਕਿ ਇਹ ਸਾਡੇ ਏਜੰਡੇ ਦੇ ਉੱਤੇ ਨਹੀਂ ਹੈ। ਸਾਨੂੰ ਇਹ ਵੀ ਜਾਣਕਾਰੀ ਮਿਲੀ ਕਿ ਹਰਿਆਣੇ ਵਾਲੇ ਪਾਸੇ ਪੋਸਟਰ ਲੱਗੇ ਨੇ। ਸਾਡੀ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਇਹੋ ਜਿਹਾ ਕੋਈ ਮੁੱਦਾ ਨਹੀਂ, ਇਹ ਸਾਡਾ ਏਜੰਡਾ ਨਹੀਂ ਹੈ। ਇਸ ਦੌਰਾਨ ਉਹਨਾਂ ਨੇਤਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਹਨਾਂ ਨੂੰ ਕੋਈ ਇਹੋ ਜਿਹਾ ਤੱਤ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਅੰਦੋਲਨ ਦੇ ਵਿੱਚ ਦਾਖਲ ਹੀ ਨਾ ਹੋਣ ਦਿੱਤਾ ਜਾਵੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ। ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਸ ਤਰੀਕੇ ਦੇ ਨਾਲ ਇਸ ਅੰਦੋਲਨ ਨੂੰ ਤਾਰ ਪੀੜੋ ਕਰਨ ਦੀ ਹੁਣ ਦਿਨ ਰਾਤ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਾਡੇ ਮਨ ਦੇ ਵਿੱਚ ਇਸ ਗੱਲ ਦਾ ਡਰ ਹੈ ਕਿ ਕਿਤੇ ਉਹ ਮਨਸੂਬੇ ਸਫਲ ਨਾ ਹੋ ਜਾਣ, ਉਹ ਕੋਸ਼ਿਸ਼ਾਂ ਸਫਲ ਨਾ ਹੋਣ ਜਾਣ ਜਿਹੜੇ ਕਿ ਕਿਸਾਨ ਪੱਖੀ ਨਹੀਂ, ਕਿਸਾਨਾਂ ਦੇ ਖਿਲਾਫ ਭੁਗਤਣ ਵਾਲੇ ਲੋਕ ਆ। ਇਹਦੇ ਵਿੱਚ ਗਲਤ ਤੱਤ ਮੈਂ ਆਪਣੀ ਅੱਖੀ ਤਾਂ ਨਹੀਂ ਦੇਖੇ, ਕਿਉਂਕਿ ਅਸੀਂ ਵੀ ਜਾ ਕੇ ਆਏ ਹਾਂ ਕੁਝ ਦਿਨ ਪਹਿਲਾਂ। ਉਦੋਂ ਸਾਨੂੰ ਕਿਸੇ ਵੀ ਵਿਅਕਤੀ ਦੇ ਹੱਥ ਦੇ ਵਿੱਚ ਨਾ ਕੋਈ ਡੰਡਾ ਦਿਸਿਆ, ਨਾ ਕੋਈ ਸ਼ਰਾਰਤ ਕਰਦਾ ਦਿਸਿਆ, ਨਾ ਕਿਸੇ ਦੇ ਹੱਥ ਦੇ ਵਿੱਚ ਇੱਟ ਵੱਟਾ ਦਿਸਿਆ। ਸਾਰੇ ਲੋਕ ਜਿੰਨੇ ਵੀ ਕਿਸਾਨ ਮਜ਼ਦੂਰ ਜਾਂ ਹੋਰ ਵੱਖ-ਵੱਖ ਕਿੱਤੇ ਨਾਲ ਜੁੜੇ ਹੋਏ ਲੋਕ ਸੀਗੇ, ਬਹੁਤ ਵੱਡੀ ਗਿਣਤੀ ਦੇ ਵਿੱਚ ਸੀ ਤੇ ਕਿਸੇ ਦੇ ਵੱਲੋਂ ਕੋਈ ਗਲਤ ਨਾਰਾ ਨਹੀਂ ਸੀ ਲਾਇਆ ਜਾ ਰਿਹਾ। ਸਾਰੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਖੇਤੀ ਕਾਨੂੰਨ ਵਾਪਸ ਲਓ ਤੇ ਇਨਕਲਾਬ ਜ਼ਿੰਦਾਬਾਦ, ਇਹ 4 ਨਾਅਰੇ ਵਾਰ-ਵਾਰ ਲੱਗ ਰਹੇ ਸੀਗੇ। ਇਸ ਤੋਂ ਬਿਨਾਂ ਅਸੀਂ ਆਪਣੇ ਅੱਖੀਂ ਉੱਥੇ ਕੁਝ ਵੀ ਨਹੀਂ ਦੇਖ ਕੇ ਆਏ। ਪਰ ਜਿਵੇਂ ਕਿ ਰਾਕੇਸ਼ ਟਕੈਤ ਹੋਰਾਂ ਨੇ ਕਿਹਾ ਕਿ ਜੇਕਰ ਇੰਟੈਲੀਜੈਂਸ ਨੂੰ ਇਹ ਜਾਪਦਾ, ਖੁਫੀਆ ਵਿਭਾਗ ਨੂੰ ਇਹ ਜਾਪਦਾ ਕਿ ਇਸ ਅੰਦੋਲਨ ਨੂੰ ਹਾਈਜੈਕ ਕਰ ਲਿਆ ਗਿਆ ਜਾਂ ਕੁਝ ਲੋਕਾਂ ਨੇ ਹਾਈਜੈਕ ਕਰਨ ਦੇ ਪ੍ਰੋਗਰਾਮ ਬਣਾਏ ਆ, ਤਾਂ ਫਿਰ ਭਾਈ ਤੁਸੀਂ ਉਹਨਾਂ ਲੋਕਾਂ ਦੇ ਉੱਤੇ ਆਪ ਕਾਰਵਾਈ ਕਰੋ। ਤੁਸੀਂ ਉਹਨਾਂ ਨੂੰ ਲੋਕਾਂ ਨੂੰ ਫੜ ਲਓ, ਤੁਸੀਂ ਉਹਨਾਂ ਲੋਕਾਂ ਦੀ ਪੜਤਾਲ ਕਰੋ। ਜੇ ਤੁਸੀਂ ਇਹ ਗੱਲ ਕਹੋ ਕਿ ਭਾਈ ਮਾਹੌਲ ਵਿਗੜ ਸਕਦਾ ਇੱਥੇ, ਤਾਂ ਵਿਗਾੜ ਕੌਣ ਰਹੇ ਆ ਤੁਹਾਨੂੰ ਇਹਦਾ ਵੀ ਪਤਾ ਹੋਣਾ। ਉਹ ਕਿਹੜੇ ਬੰਦੇ ਆ ਫਿਰ ਤੁਹਾਨੂੰ ਇਹਦਾ ਵੀ ਪਤਾ ਹੋਣਾ। ਤੁਹਾਨੂੰ ਉਹਨਾਂ ਦੇ ਉੱਤੇ ਵੇਲੇ ਸਿਰ ਕਾਰਵਾਈ ਕਰਨੀ ਚਾਹੀਦੀ ਆ। ਦੂਜੇ ਪਾਸੇ ਨਰਿੰਦਰ ਸਿੰਘ ਤੋਮਰ ਹੋਰਾਂ ਦੇ ਵੱਲੋਂ ਵੀ ਇਤਰਾਜ਼ ਜ਼ਾਹਰ ਕੀਤਾ ਗਿਆ ਕਿ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਇੱਥੇ ਬੈਠੇ ਆ, ਪਰ ਜੇਕਰ ਉਹ ਉਮਰ ਖਾਲਿਦ ਦੇ ਤੇ ਕਈ ਹੋਰਨਾਂ ਦੇ ਪੋਸਟਰ ਲੈ ਕੇ ਇੱਥੇ ਬਹਿਣਗੇ ਤਾਂ ਇਹ ਕਿਸਾਨਾਂ ਦਾ ਕਿਹੜਾ ਏਜੰਡਾ ਹੋਇਆ ਤੇ ਕਿਹੜੀ ਮੰਗ ਹੋਈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਬੀਜੇਪੀ ਦੇ ਵੱਲੋਂ ਆਪ ਹੀ ਇਹ ਸ਼ਰਾਰਤ ਕੀਤੀ ਜਾ ਰਹੀ ਹੈ ਜਾਂ ਆਪਣੀਆਂ ਕੋਈ ਹਮਖਿਆਲ ਜਥੇਬੰਦੀਆਂ ਨੂੰ ਵਿੱਚ ਵਾੜਿਆ ਜਾ ਰਿਹਾ ਜਾਂ ਇਸ ਅੰਦੋਲਨ ਨੂੰ ਲੀਹ ਤੋਂ ਲਾਉਣ ਦੇ ਲਈ ਸਾਰਾ ਕੁਝ ਕੀਤਾ ਜਾ ਰਿਹਾ, ਪਰ ਕੀਤਾ ਕਈ ਕੁਝ ਜਾ ਰਿਹਾ। ਇਹ ਗੱਲ ਪੱਕੀ ਹੈਗੀ ਹੈ। ਜੇਕਰ ਇਸ ਵਕਤ ਸੰਭਲ ਕੇ ਆਪਾਂ ਨਾ ਚੱਲੇ ਤਾਂ ਆਉਂਦੇ ਸਮੇਂ ਦੇ ਵਿੱਚ ਸੱਚੀ ਮੁੱਚੀ ਇਹ ਅੰਦੋਲਨ ਲੀਹੋਂ ਲੱਥ ਸਕਦਾ, ਇਸ ਗੱਲ ਦਾ ਡਰ ਹੈ। ਤੇ ਜੇਕਰ ਇਹ ਲੱਥ ਜਾਂਦਾ, ਸਾਨੂੰ ਨਿੱਜੀ ਤੌਰ ਦੇ ਉੱਤੇ ਬਹੁਤ ਦੁੱਖ ਹੋਣਾ ਤੇ ਨੈਸ਼ਨਲ ਮੀਡੀਆ ਦੇ 80% ਹਿੱਸੇ ਨੇ ਇਸ ਗੱਲ ਦੇ ਉੱਤੇ ਬਾਗੀਆਂ ਪਾਉਣੀਆਂ ਕਿ ਦੇਖੋ ਜੀ ਜੋ ਅਸੀਂ ਚਾਹੁੰਦੇ ਸੀ ਉਹ ਕੁਝ ਹੋ ਗਿਆ। ਇਸ ਵਕਤ ਨੱਕ ਦਾ ਸਵਾਲ ਬਣਿਆ ਹੋਇਆ ਸਾਡਾ ਵੀ, ਇਸ ਵਕਤ ਨੱਕ ਦਾ ਸਵਾਲ ਬਣਿਆ ਹੋਇਆ ਕੇਂਦਰ ਦਾ ਵੀ, ਪਰ ਕੇਂਦਰ ਨੇ ਤਾਂ ਆਪਣੀ ਨੱਕ ਬਚਾਉਣ ਦੇ ਲਈ 700 ਪ੍ਰੈਸ ਕਾਨਫਰੰਸਾਂ ਮਿੱਥ ਲਈਆਂ। ਕਿਸਾਨਾਂ ਦੇ ਕੋਲੇ ਇੱਕੋ ਹੀ ਰਾਹ, ਉਹ ਅੰਦੋਲਨ ਕਰਦੇ ਰਹਿਣ। ਉਹ ਸੜਕਾਂ ਦੇ ਉੱਤੇ ਬੈਠੇ ਆ, ਉਹਨਾਂ ਦੇ ਵੱਲੋਂ ਰੇਲ ਰੋਕੋ ਪ੍ਰੋਗਰਾਮ ਐਲਾਨ ਦਿੱਤਾ ਗਿਆ। ਉਹਨਾਂ ਨੇ ਟੋਲ ਪਲਾਜ਼ੇ ਸਾਰੇ ਭਾਰਤ ਦੇ ਬੰਦ ਕਰਨੇ ਆ, ਰਿਲਾਇੰਸ ਦੇ ਸਾਰੇ ਪ੍ਰੋਡਕਟ ਨਾ ਵਿਕਣ, ਇਸ ਗੱਲ ਦੇ ਲਈ ਉਹਨਾਂ ਨੇ ਹੁਣ ਆਪਣੀ ਅਗਲੀ ਲਹਿਰ ਸ਼ੁਰੂ ਕਰ ਦੇਣੀ ਆ। ਤੇ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਬੀਜੇਪੀ ਦੇ ਨੇਤਾਵਾਂ ਦਾ ਅਸੀਂ ਲਗਾਤਾਰ ਘਿਰਾਓ ਕਰਾਂਗੇ। ਸੋ ਕਹਿਣ ਦਾ ਭਾਵ ਇਹ ਹੈ ਕਿ ਬੀਜੇਪੀ ਦੇ ਕੋਲੇ ਹਰ ਹਰਬਾ ਵਰਤਣ ਦਾ ਅਧਿਕਾਰ ਹੈ, ਉਹਨਾਂ ਦੇ ਕੋਲੇ ਸਾਰੇ ਸਰਮਾਏ ਵੀ ਹੈ, ਉਹਨਾਂ ਦੇ ਕੋਲੇ ਤਾਕਤ ਵੀ ਹੈ, ਪਰ ਸਾਡੇ ਕੋਲੇ ਇੱਕ ਮਨੋਬਲ ਆ।
ਤੇ ਸਾਡੇ ਕੋਲ ਇੱਕ ਤੀਖਣ ਸੂਝ ਹੈ। ਜੇਕਰ ਅਸੀਂ ਇਸ ਤੀਖਣ ਸੂਝ ਨੂੰ ਵਰਤਦੇ ਰਹੇ ਤੇ ਗਲਤ ਅਨਸਰਾਂ ਤੋਂ ਇਸ ਅੰਦੋਲਨ ਨੂੰ ਬਚਾ ਕੇ ਰੱਖਿਆ ਤਾਂ ਚੰਗਾ ਨਤੀਜਾ ਆ ਸਕਦਾ। ਨਹੀਂ ਤਾਂ ਜਿਸ ਤਰੀਕੇ ਦੇ ਨਾਲ ਕਦੇ ਕੋਈ ਖਾਲਿਸਤਾਨੀ ਬਿਆਨ ਦੇ ਜਾਂਦਾ, ਕਦੇ ਕੋਈ ਪੋਸਟਰ ਫੜ ਕੇ ਗਲਤ ਗੱਲ ਕਰ ਜਾਂਦਾ, ਕਦੇ ਕਦੇ ਜੀ ਇਹਦੇ ਵਿੱਚ ਅਸਮਾਜਿਕ ਤੱਤ ਵੜ ਚੁੱਕੇ ਆ, ਕਦੇ ਕੁਛ ਤੇ ਕਦੇ ਕੁਛ, ਇਉਂ ਲੱਗਦਾ ਵੀ ਇਸ ਮਾਮਲੇ ਦੀ ਧਾਰ ਨੂੰ ਖੁੰਡੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੇਸ਼ੱਕ ਮੌਸਮ ਖਰਾਬ ਆ ਪਰ ਮਨੋਬਲ ਬੜਾ ਤਕੜਾ। ਬੇਸ਼ੱਕ ਮੌਸਮ ਖਰਾਬ ਆ ਪਰ ਲੋਕਾਂ ਦਾ ਟਰਾਲੀਆਂ ਦੇ ਵਿੱਚ ਸਵਾਰ ਹੋ ਕੇ ਸਫ਼ਰ ਕਰਨਾ ਲਗਾਤਾਰ ਜਾਰੀ ਹੈ। ਲਗਾਤਾਰ ਲੋਕ ਟਿਕਰੀ ਬਾਰਡਰ ਦੇ ਉੱਤੇ, ਕੁੰਡਲੀ ਬਾਰਡਰ ਦੇ ਉੱਤੇ ਪਹੁੰਚ ਰਹੇ ਆ। ਅੱਜ ਮੈਂ ਇਸ ਗੱਲ ਦੇ ਉੱਤੇ ਨਿੱਜੀ ਤੌਰ ਦੇ ਉੱਤੇ ਬੜਾ ਪ੍ਰਸੰਨ ਹੋਇਆ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ ਅਰਦਾਸ ਕਰਕੇ ਤੇ 500 ਟਰਾਲੀ ਆ ਜਿਹੜੀ ਉਹ ਦਿੱਲੀ ਦੇ ਵਾਸਤੇ ਰਵਾਨਾ ਹੋਈ ਆ। ਲਗਭਗ 50,000 ਵਿਅਕਤੀ ਆ ਜਿਹੜੇ ਖੇਤ ਮਜ਼ਦੂਰ ਤੇ ਕਿਸਾਨ ਆ ਜਿਹੜੇ ਉਹ ਦਿੱਲੀ ਦੇ ਵੱਲ ਰਵਾਨਾ ਹੋਏ ਆ। ਕਹਿਣ ਦਾ ਭਾਵ ਇਹ ਆ ਮੇਰਾ ਬਈ ਹਾਲੇ ਤੱਕ ਮਨੋਬਲ ਨਹੀਂ ਟੁੱਟਿਆ ਤੇ ਮਨੋਬਲ ਨਾ ਟੁੱਟੇ, ਅਸੀਂ ਇਸ ਗੱਲ ਦੀ ਆਸ ਤੇ ਅਰਦਾਸ ਕਰਦੇ ਹਾਂ। ਮੈਨੂੰ ਹੋਰ ਵੀ ਚੰਗਾ ਲੱਗਾ ਅੱਜ ਉੱਥੇ ਬਜ਼ੁਰਗਾਂ ਦੇ ਲਈ ਜਿਹੜੀਆਂ ਮਸਾਜ ਕਰਨ ਵਾਲੀਆਂ ਕੁਰਸੀਆਂ ਹੁੰਦੀਆਂ ਉਹ ਵੀ ਖਾਲਸਾ ਏਡ ਦੇ ਵੱਲੋਂ ਲਾ ਦਿੱਤੀਆਂ ਗਈਆਂ ਕੁੰਡਲੀ ਬਾਰਡਰ ਦੇ ਉੱਤੇ, ਕਿਉਂਕਿ ਸਾਰਾ ਦਿਨ ਨਾਅਰੇ ਮਾਰ ਕੇ, ਕਿਉਂਕਿ ਸਾਰਾ ਦਿਨ ਤੁਰ ਫਿਰ ਕੇ ਕਦੇ ਇੱਧਰ ਨੂੰ ਕਾਫਲਾ ਲੈ ਕੇ ਜਾਣਾ, ਕਦੇ ਇੱਧਰ ਨੂੰ ਕਾਫਲਾ ਲੈ ਕੇ ਜਾਣਾ ਤੇ ਬਜ਼ੁਰਗਾਂ ਨੂੰ ਥਕਾਵਟ ਹੋਣੀ ਕੁਦਰਤੀ ਹੈ। ਇਸ ਕਰਕੇ ਕੁਰਸੀਆਂ ਰੱਖ ਦਿੱਤੀਆਂ ਗਈਆਂ, ਜਿਹੜੀਆਂ ਕੁਰਸੀਆਂ ਬੈਠੇ ਬਿਠਾਇਆਂ ਦੀ ਮਸਾਜ ਕਰ ਦਿੰਦੀਆਂ, ਲੱਤਾਂ ਘੁੱਟ ਦਿੰਦੀਆਂ, ਪਿੱਠ ਆ ਜਿਹੜੀ ਉਹ ਠੀਕ ਕਰ ਦਿੰਦੀਆਂ। ਇਹ ਬੜੀ ਲੋੜ ਸੀ। ਇਹ ਵੀ ਦੇਖੋ ਇੱਕ ਦਾਨ ਕਰਨ ਦੀ, ਇੱਕ ਸੇਵਾ ਕਰਨ ਦੀ ਨਵੀਂ ਪ੍ਰਕਿਰਿਆ, ਇਹ ਇੱਕ ਨਵਾਂ ਤਰੀਕਾ ਹੈਗਾ। ਮੈਂ ਹੈਰਾਨ ਹਾਂ ਇਸ ਗੱਲ ਦੇ ਉੱਤੇ ਵੀ ਸੇਵਾ ਦੇ ਅਸੀਂ ਪ੍ਰਸੰਗ ਨੂੰ ਕਿਵੇਂ ਅੱਗੇ ਤੋਂ ਅੱਗੇ ਲੈ ਕੇ ਜਾ ਰਹੇ ਹਾਂ। ਥਾਂ ਥਾਂ ਦੇ ਉੱਤੇ ਲੰਗਰ ਲੱਗੇ ਹੋਏ ਆਪਾਂ ਜਾਣਦੇ ਹਾਂ, ਪਰ ਹੁਣ ਉੱਥੇ ਵਾਸ਼ਿੰਗ ਮਸ਼ੀਨਾਂ ਦਾਨ ਕਰਤੀਆਂ ਕਈਆਂ ਨੇ ਵੀ ਇੱਥੇ ਭਾਈ ਲੀੜੇ ਧੋ ਕੇ ਸੁਕਾ ਕੇ ਤੁਸੀਂ ਪਾਉਣੇ ਵੀ ਹੁੰਦੇ ਆ। ਉੱਥੇ ਦੁੱਧ ਦੇ ਲੰਗਰ ਤਾਂ ਲੱਗੇ ਹੀ ਹੋਏ ਆ। ਉੱਥੇ ਹੁਣ ਜੀ ਜਿਹੜੇ ਬੈੱਡ ਲਾਏ ਜਾ ਰਹੇ ਆ, ਖਾਲਸਾ ਏਡ ਨੇ 400 ਬੈੱਡ ਦਾ ਇੱਕ ਵਾਟਰਪ੍ਰੂਫ ਟੈਂਟ ਆ ਜਿਹੜਾ ਉਹ ਤਿਆਰ ਕੀਤਾ, ਇਹ ਵੀ ਇੱਕ ਨਵੀਂ ਗੱਲ ਆ। ਹੁਣ ਉੱਥੇ ਮਸਾਜ ਕਰਨ ਵਾਲੀਆਂ ਮਸ਼ੀਨਾਂ ਲੱਗ ਗਈਆਂ। ਮਤਲਬ ਇਹ ਆ ਵੀ ਮਨੋਬਲ ਦੇ ਵਿੱਚ ਹਾਲੇ ਤੱਕ ਕੋਈ ਅੜਿੱਕਾ ਨਹੀਂ ਆ। ਜੇਕਰ ਆਉਂਦੇ ਸਮੇਂ ਦੇ ਵਿੱਚ ਸਾਰਾ ਕੁਝ ਸੁੱਖੀ ਸਾਂਦੀ ਰਿਹਾ ਤਾਂ ਸ਼ਾਇਦ ਨਤੀਜਾ ਚੰਗਾ ਵੀ ਆਵੇ, ਪਰ ਅਸੀਂ ਆਪਣੇ ਦੁਸ਼ਮਣ ਤੋਂ ਬਚ ਕੇ ਚੱਲਣਾ। ਅਸੀਂ ਉਹ ਗਲਤੀਆਂ ਨਹੀਂ ਕਰਨੀਆਂ ਜਿਹਦਾ ਮੁੱਦਾ ਬਣਾ ਕੇ ਉਹ ਅੰਦੋਲਨ ਨੂੰ ਭੜਕਾ ਦੇਣ। ਇਹ ਸਾਡਾ ਆਪਣਾ ਫਰਜ਼ ਬਣਦਾ ਕਿ ਅਸੀਂ ਇੱਕ ਵੀ ਸ਼ਬਦ ਮੂੰਹ ਦੇ ਵਿੱਚੋਂ ਕੱਢਣ ਤੋਂ ਪਹਿਲਾਂ, ਇੱਕ ਵੀ ਪੈਰ ਪੁੱਟਣ ਤੋਂ ਪਹਿਲਾਂ ਆਲੇ ਦੁਆਲੇ ਝਾਤੀ ਮਾਰ ਕੇ ਇਹ ਦੇਖੀਏ ਵੀ ਬੰਦੇ ਸਾਡੇ ਨਾਲ ਖੜੇ ਕੌਣ ਆ। ਕਿਤੇ ਇਹ ਕੋਈ ਗੁੰਮਰਾਹ ਕਰਨ ਵਾਲੇ ਬੰਦੇ ਤਾਂ ਨਹੀਂ, ਕਿਤੇ ਇਹ ਕੋਈ ਅਣਪਛਾਤੇ ਬੰਦੇ ਤਾਂ ਨਹੀਂ, ਕਿਤੇ ਇਹ ਕੋਈ ਸ਼ਰਾਰਤੀ ਤੱਤ ਤਾਂ ਨਹੀਂ। ਇਹ ਸਾਨੂੰ ਇਸ ਵਕਤ ਸੰਭਲ ਕੇ ਚੱਲਣ ਦੀ ਲੋੜ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਅੱਜ 16ਵੇਂ ਦਿਨ ਵੀ ਜਾਰੀ ਰਿਹਾ। ਸੰਯੁਕਤ ਕਿਸਾਨ ਮੋਰਚੇ ਨੇ ਸਰਕਾਰ ਤੋਂ ਖੇਤੀ ਕਾਨੂੰਨਾਂ ਵਿੱਚ ਬਦਲਾਅ ਕਰਨ ਬਾਰੇ ਮਿਲੇ ਪ੍ਰਸਤਾਵਾਂ ਨੂੰ ਰੱਦ ਕਰ ਦਿੱਤਾ ਹੈ। ਅੰਮ੍ਰਿਤਸਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰ ਦਿੱਲੀ ਦੀ ਯਾਤਰਾ ਕਰ ਚੁੱਕੇ ਨੇ, ਜਿੱਥੇ ਉਹ ਖੇਤੀਬਾੜੀ ਬਿੱਲਾਂ ਦੇ ਖਿਲਾਫ ਅੰਦੋਲਨ ਕਰ ਰਹੇ ਨੇ। ਕਿਸਾਨ ਅੰਦੋਲਨ ਦੇ ਵਿੱਚ ਹੋਰ ਵੀ ਸ਼ਾਮਲ ਹੋਣਗੇ। 700 ਤੋਂ ਵੱਧ ਟਰੈਕਟਰ ਟਰਾਲੀਆਂ ਲੰਘੇ ਕੱਲ੍ਹ ਕੁੰਡਲੀ ਸਰਹੱਦ ਦੇ ਵੱਲ ਭੇਜੀਆਂ ਗਈਆਂ। ਇਹ ਜਾਣਕਾਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ SS ਭੰਦੇਰ ਨੇ ਦਿੱਤੀ ਹੈ। ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਦੇ ਲਈ ਕੁੰਡਲੀ ਸਰਹੱਦ ਦੇ ਉੱਤੇ ਆਪਣਾ ਦੂਜਾ ਜਥਾ ਭੇਜਣ ਤੋਂ ਪਹਿਲਾਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਹਰਿਮੰਦਰ ਸਾਹਿਬ ਦੇ ਅੰਦਰ ਦਰਸ਼ਨ ਕੀਤੇ ਨੇ, ਅਰਦਾਸ ਕੀਤੀ ਹੈ ਕਿ ਸਾਨੂੰ ਮਨੋਬਲ ਬਖਸ਼ਿਆ ਜਾਵੇ ਤੇ ਉਹਨਾਂ ਨੇ ਵਾਹਿਗੁਰੂ ਦੇ ਮੂਹਰੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਜਿੱਤ ਹਾਸਲ ਕਰਕੇ ਵਾਪਸ ਪਰਤੀਏ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਹਾਂ ਦੋਸਤੋ। ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ 700 ਟਰਾਲੀ ਇੱਕ ਦਿਨ ਦੇ ਵਿੱਚ ਪੰਜਾਬ ਦੇ ਵੱਲੋਂ ਹੋਰ ਕੂਚ ਕਰਨੀ, ਇਹਦਾ ਮਤਲਬ ਇਹ ਹੈ ਕਿ ਅਸੀਂ ਹੌਸਲੇ ਬੁਲੰਦ ਆ ਹਾਲੇ ਤੱਕ ਸਾਡੇ, ਅਸੀਂ ਹਾਲੇ ਤੱਕ ਢਾਏ ਨਹੀਂ। ਬੇਸ਼ੱਕ ਸਾਨੂੰ ਡੇਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਾਡੇ ਖਿਲਾਫ ਬਹੁਤ ਸਾਰੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ, ਪਰ ਹਾਲੇ ਤੱਕ ਅਸੀਂ ਡੋਲੇ ਨਹੀਂ ਤੇ ਡੋਲੀਏ ਵੀ ਨਾ ਕਦੇ। 700 ਟਰਾਲੀ ਦਾ ਮਤਲਬ ਇਹ ਆ ਕਿ 50,000 ਤੋਂ ਵੱਧ ਬੰਦਾ ਜਿਹੜਾ ਉਹ ਇੱਕ ਵਾਰ ਫੇਰ ਗਿਆ। ਹੁਣ ਤਾਂ ਪਿੰਡਾਂ ਦੇ ਵਿੱਚ ਵਾਰੀਆਂ ਵੱਢ ਲਈਆਂ ਗਈਆਂ। ਬਹੁਤ ਸਾਰੇ ਮੇਰੇ ਦੋਸਤ ਆ ਵੱਖ-ਵੱਖ ਪਿੰਡਾਂ ਦੇ ਵਿੱਚ, ਉਹ ਕਹਿੰਦੇ ਜੀ ਕਿ ਸਾਡੇ ਪਿੰਡੋਂ 3 ਟਰਾਲੀਆਂ ਗਈਆਂ ਸੀ, ਲੰਘੇ ਕੱਲ੍ਹ ਜਾਂ 2 ਦਿਨ ਪਹਿਲਾਂ 3 ਟਰਾਲੀਆਂ ਦੇ ਵਿੱਚ ਜਿਹੜੇ ਬੰਦੇ ਗਏ ਸੀ ਉਹ ਵਾਪਸ ਆ ਗਏ ਆ, ਤੇ ਸਾਡੇ ਪਿੰਡ ਦੇ ਵਿੱਚੋਂ 4 ਟਰਾਲੀਆਂ ਹੋਰ ਗਈਆਂ, ਕਿਉਂਕਿ ਉਹ ਛੁੱਟੀ ਕੱਟਣ ਆਏ ਆ ਦਿੱਲੀੋਂ, ਕਿਉਂਕਿ ਉਹਨਾਂ ਨੇ ਘਰ ਦੇ ਕੰਮ ਕਾਜ ਵੀ ਕਰਨੇ ਹੋਣਗੇ। ਕਿਸੇ ਨੇ ਕੋਈ ਖੁਸ਼ੀ ਗਮੀ ਦੇ ਪ੍ਰੋਗਰਾਮ 'ਚ ਵੀ ਜਾਣਾ ਹੋਊਗਾ, ਕੋਈ ਬਿਮਾਰ ਸ਼ਮਾਰ ਵੀ ਹੋਊਗਾ, ਕਿਸੇ ਨੇ ਘਰ-ਬਾਰ ਇਕੱਲੇ ਨੇ ਦੇਖਣਾ ਵੀ ਹੋਊਗਾ, ਕਿਸੇ ਨੇ ਕਣਕ ਨੂੰ ਪਾਣੀ ਵੀ ਲਾਉਣਾ ਹੋਊਗਾ, ਕਿਸੇ ਦਾ ਕੋਈ ਹੋਰ ਕੰਮ ਹੋਊਗਾ, ਪਰ ਉਹਨਾਂ ਦੀ ਥਾਂ ਦੇ ਉੱਤੇ ਨਵੇਂ ਬੰਦੇ ਉਸ ਤੋਂ ਵੱਧ ਗਿਣਤੀ ਦੇ ਵਿੱਚ ਜਾਣ ਨੂੰ ਤਿਆਰ ਬੈਠੇ ਆ। ਸੋ ਇਹ ਇੱਕ ਪ੍ਰਕਿਰਿਆ, ਇਹ ਇੱਕ ਤਰੀਕਾ, ਇਹ ਇੱਕ ਅਨੁਸ਼ਾਸਨ ਦੀ ਗੱਲ ਹੈ ਕਿ ਜਿੰਨੇ ਆਉਂਦੇ ਆ ਉਹਦੇ ਨਾਲੋਂ ਅਸੀਂ ਵੱਧ ਸਹੀ ਤਰੀਕੇ ਨਾਲ ਭੇਜਦੇ ਹਾਂ। ਅਤੇ ਹਾਲੇ ਤੱਕ ਸਭ ਤੋਂ ਵੱਡੀ ਗੱਲ ਇਹ ਹੈ ਵੀ ਕਿਸੇ ਵੀ ਕਿਸਾਨ ਦੇ ਵੱਲੋਂ ਕੋਈ ਭੜਕੀਲੀ ਗੱਲ ਨਹੀਂ ਕੀਤੀ ਗਈ। ਜਿਹੜਾ ਬੰਦਾ ਭੜਕੀਲੀ ਗੱਲ ਕਰਦਾ ਉਹਦੇ ਬਾਬਤ ਇਹ ਕਹਿ ਨਹੀਂ ਸਕਦੇ ਜ਼ਰੂਰੀ ਕਿ ਇਹ ਕਿਸਾਨ ਹੀ ਆ। ਹੋ ਸਕਦਾ ਕਿਸਾਨ ਦੇ ਭੇਸ ਦੇ ਵਿੱਚ ਉਹ ਕੋਈ ਗਲਤ ਬੰਦਾ ਵੀ ਹੋਵੇ, ਹੋ ਸਕਦਾ ਉਹ ਆਪਣਾ ਬੰਦਾ ਹੀ ਕਈ ਲੋਕਾਂ ਨੇ ਪਾਇਆ ਹੋਵੇ। ਹੁਣ ਏਜੰਸੀਆਂ ਜੋ ਮਰਜ਼ੀ ਕਹੀ ਜਾਣ, ਪਰ ਬੰਦੇ ਦੇ ਮੂੰਹ 'ਤੇ ਥੋੜ੍ਹੀ ਲਿਖਿਆ ਹੁੰਦਾ ਕਿ ਇਹਨੇ ਕਿਹੜੀ ਸ਼ਰਾਰਤ ਕਰਨੀ ਆ, ਇਹ ਬੰਦਾ ਕਿਹੋ ਜਿਹਾ,
ਇਹਦਾ ਪਿਛੋਕੜ ਕਿਹੋ ਜਿਹਾ, ਇਹ ਤਾਂ ਜਦੋਂ ਆਪਾਂ ਗੱਲ ਦਾ ਖੁਰਾ ਖੋਜ ਕੱਢਦੇ ਹਾਂ ਉਸ ਵਕਤ ਪਤਾ ਲੱਗਦਾ ਕਿ ਇਹਦੇ ਮਨਸੂਬੇ ਕੀ ਹੋ ਸਕਦੇ ਆ। ਸੋ ਇਸ ਵਕਤ ਕਿਸਾਨ ਅੰਦੋਲਨ ਦੇ ਉੱਤੇ ਮਾਣ ਕਰਨਾ ਬਣਦਾ ਤੇ ਲਗਾਤਾਰ ਭਾਰਤ ਦੇ ਬਾਕੀ ਵੱਖ-ਵੱਖ ਸੂਬਿਆਂ ਦੇ ਵਿੱਚੋਂ ਵੀ ਦਿੱਲੀ ਦੇ ਵਿੱਚ ਲੋਕ ਪਹੁੰਚ ਰਹੇ ਆ, ਪਰ ਕੇਂਦਰ ਦੀ ਸਰਕਾਰ ਦੇ ਵੱਲੋਂ ਬਿਲਕੁਲ ਜ਼ਿੱਦ ਫੜੀ ਹੋਈ ਆ। ਉਹ ਕਹਿੰਦੇ ਜੀ ਅਸੀਂ ਖੇਤੀ ਕਾਨੂੰਨ ਰੱਦ ਨਹੀਂ ਕਰਨੇ, ਭਾਵੇਂ ਇੱਧਰਲਾ ਪਾਸਾ ਇੱਧਰ ਹੋ ਜੇ। ਤੇ ਜਿਸ ਤਰੀਕੇ ਦੇ ਨਾਲ ਉਹ ਜ਼ਿੱਦ ਦੇ ਉੱਤੇ ਅੜੇ ਹੋਏ ਆ ਤੇ ਕਿਸਾਨ ਆਪਣੀਆਂ ਹੱਕੀ ਮੰਗਾਂ ਦੇ ਉੱਤੇ ਅੜੇ ਹੋਏ ਆ। ਸੋ ਆਉਂਦੇ ਦਿਨਾਂ ਦੇ ਵਿੱਚ ਇਹ ਕਿਹੜੇ ਪਾਸੇ ਨੂੰ ਅੰਦੋਲਨ ਜਾਊਗਾ ਕੁਝ ਕਹਿ ਨਹੀਂ ਸਕਦੇ, ਪਰ ਗੱਲ ਇਹ ਆ ਵੀ ਪੰਜਾਬ ਦੇ ਲੋਕਾਂ ਨੇ ਇੱਕ ਵਾਰ ਇਹ ਗੱਲ ਜ਼ਰੂਰ ਦੱਸਤੀ ਵੀ ਆਉਂਦੇ ਸਮੇਂ ਦੇ ਵਿੱਚ ਤੁਸੀਂ ਕੋਈ ਵੀ ਕਾਨੂੰਨ ਬਣਾਉਣ ਤੋਂ ਪਹਿਲਾਂ 100 ਵਾਰੀ ਸੋਚੋਗੇ ਵੀ ਕਿਤੇ ਫੇਰ ਨਾ 5-7 ਲੱਖ ਬੰਦਾ ਇਕੱਠਾ ਹੋ ਕੇ ਦਿੱਲੀ ਵੱਲ ਨੂੰ ਤੁਰ ਪਏ। ਬਾਅਦ ਦੇ ਵਿੱਚ ਭਾਵੇਂ ਤੁਸੀਂ ਬੈਰੀਕੇਡ ਲਾਈ ਜਾਇਓ, ਭਾਵੇਂ ਤੁਸੀਂ ਅਥਰੂ ਗੈਸ ਦੇ ਗੋਲੇ ਸਿੱਟਿਓ, ਤੇ ਭਾਵੇਂ ਤੁਸੀਂ ਪਾਣੀ ਦੀਆਂ ਵਿਛਾੜਾਂ ਮਾਰਿਓ, ਤੇ ਭਾਵੇਂ ਸੜਕਾਂ ਪੱਟ ਕੇ ਬਹਿ ਜਿਓ। ਜਿਨ੍ਹਾਂ ਨੇ ਪਾਰ ਕਰਨਾ ਉਹ ਸਾਰਾ ਕੁਝ ਪਾਰ ਕਰਕੇ ਚਲੇ ਜਾਣਗੇ। ਇਹ ਵੀ ਪਤਾ ਲੱਗਾ ਵੀ ਕੁਝ ਕੁ ਲੋਕਾਂ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ ਵੀ ਜੇਕਰ 1-2 ਦਿਨਾਂ ਦੇ ਵਿੱਚ ਤੁਸੀਂ ਖੇਤੀ ਕਾਨੂੰਨ ਵਾਪਸ ਨਾ ਲਏ, ਅਸੀਂ ਧੁੱਸ ਦੇ ਕੇ ਦਿੱਲੀ ਦੇ ਵਿੱਚ ਵੀ ਵੜ ਜਾਣਾ। ਸੋ ਇਹਦੇ ਮੱਦੇਨਜ਼ਰ ਆਲੇ ਦੁਆਲੇ ਸੁਰੱਖਿਆ ਕਹਿੰਦੇ ਹੋਰ ਵੀ ਵਧਾਈ ਗਈ ਹੈ। ਸੋ ਇਸ ਕਿਸਾਨ ਅੰਦੋਲਨ ਦੇ ਵੱਲ ਜਦੋਂ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਦੀ ਨਿਗਾਹ ਟਿਕੀ ਹੋਈ ਹੈ ਤਾਂ ਅਸੀਂ ਇਸ ਗੱਲ ਦੀ ਆਸ ਹੀ ਕਰਦੇ ਹਾਂ ਵੀ ਸ਼ਾਇਦ ਕੋਈ ਚੰਗਾ ਨਤੀਜਾ ਸਾਹਮਣੇ ਆਊਗਾ। ਕੁਝ ਕੁ ਲੋਕ ਥੋੜ੍ਹੇ ਕੁ ਸਮੇਂ ਵਾਸਤੇ ਨਾਇਕ ਬਣ ਕੇ ਸਾਹਮਣੇ ਆਉਂਦੇ ਆ, ਪਰ ਸਮੇਂ ਦੇ ਨਾਲ ਉਹ ਨਾਇਕ ਤਵ ਤੋਂ ਪਰੇ ਹੋ ਜਾਂਦੇ ਆ। ਫਿਰ ਉਹਨਾਂ ਦੀ ਭੇਤ ਭਰੀ ਚੁੱਪ ਆ ਜਿਹੜੀ ਉਹ 100 ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ। ਜੇਕਰ ਕੋਈ ਬੰਦਾ ਬਿਮਾਰ ਹੋ ਜੇ ਅਸੀਂ ਮੰਨ ਸਕਦੇ ਹਾਂ ਵੀ ਭਾਈ ਇਹ ਬੋਲਣ ਦੇ ਕਾਬਿਲ ਨਹੀਂ ਗਾ, ਪਰ ਬੰਦਾ ਜੇਕਰ ਸਹੀ ਸਲਾਮਤ ਤੁਰਿਆ ਵੀ ਫਿਰਦਾ ਹੋਵੇ ਤਾਂ ਫਿਰ ਇਉਂ ਲੱਗਦਾ ਵੀ ਜਦੋਂ ਪਿਛਲੀ ਸਰਕਾਰ ਸੀ ਉਦੋਂ ਸਭ ਤੋਂ ਵੱਧ ਰੌਲਾ ਇਹਨੇ ਪਾਇਆ ਸੀ, ਖੌਰੂ ਇਹਨੇ ਪਾਇਆ ਸੀ, ਤੇ ਜਿਹੜੀ ਇਹਦੀ ਹੁਣ ਚੁੱਪ ਆ ਇਹਦੇ ਪਿੱਛੇ ਕਈ ਕਾਰਨ ਲੁਕੇ ਹੋਏ ਆ। ਅੰਨਾ ਹਜ਼ਾਰੇ ਨੇ ਜਿਸ ਤਰੀਕੇ ਨਾਲ UPA ਸਰਕਾਰ ਦੇ ਖਿਲਾਫ ਬੋਲਿਆ, ਜਿਵੇਂ ਉਹਨੇ ਭ੍ਰਿਸ਼ਟਾਚਾਰ ਦਾ ਮੁੱਦਾ ਚੁੱਕਿਆ, ਅਸੀਂ ਇਸ ਗੱਲ ਨੂੰ ਵਾਜਬ ਮੰਨਿਆ। ਪੂਰੇ ਭਾਰਤ ਨੇ ਆਖਿਆ ਮੈਂ ਵੀ ਅੰਨਾ ਤੂੰ ਵੀ ਅੰਨਾ, ਮੈਂ ਵੀ ਅੰਨਾ ਤੂੰ ਵੀ ਅੰਨਾ। ਪਰ ਜਦੋਂ ਸਰਕਾਰ ਬਦਲ ਗਈ 6.5 ਸਾਲ ਹੋ ਗਏ ਆ, ਅੰਨਾ ਹਜ਼ਾਰੇ ਹੋਰਾਂ ਨੇ ਕਦੇ ਮੂੰਹ ਨਹੀਂ ਖੋਲ੍ਹਿਆ। ਹੁਣ ਉਹਨਾਂ ਨੇ ਮੂੰਹ ਖੋਲ੍ਹਿਆ, ਉਹ ਵੀ ਖੇਤੀ ਕਾਨੂੰਨਾਂ ਦੇ ਮੁਤਲਕ। 6.5 ਸਾਲ ਉਹ ਕਿੱਥੇ ਸੁੱਤੇ ਰਹੇ, ਉਹ ਕਿਉਂ ਨਹੀਂ ਬੋਲੇ? ਉਹਨਾਂ ਨੇ ਮੋਦੀ ਸਰਕਾਰ ਨੂੰ ਕਦੇ ਉਹ ਸ਼ਬਦ ਕਿਉਂ ਨਹੀਂ ਵਰਤੇ ਜਿਹੜੇ ਉਹ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਲਈ ਵਰਤਦੇ ਹੁੰਦੇ ਸੀ? ਇਹ ਗੱਲ ਭੇਤ ਭਰੀ ਹੈ। ਸੋ ਅੰਨਾ ਹਜ਼ਾਰੇ ਦਾ ਬੋਲਣਾ ਮੇਰੇ ਖਿਆਲ ਦੇ ਵਿੱਚ ਹੁਣ ਕੋਈ ਬਹੁਤੇ ਮਾਇਨੇ ਨਹੀਂ ਰੱਖਦਾ। ਉਹ ਇੱਕੋ ਹੀ ਗੱਲ ਜਾਣਦੇ ਕਿ ਮੈਂ ਮੌਨ ਰੱਖਾਂਗਾ, ਮੈਂ ਮੌਨ ਰੱਖਾਂਗਾ, ਮੈਂ ਅਨਸ਼ਨ ਕਰਾਂਗਾ। ਲੋੜ ਇਸ ਵਕਤ ਇਸ ਗੱਲ ਦੀ ਆ ਵੀ ਭਾਵੇਂ ਰੋਟੀ ਪਾਣੀ ਜਿੰਨਾ ਮਰਜ਼ੀ ਖਾਓ, ਮੌਨ ਬਿਲਕੁਲ ਨਾ ਰਹੋ, ਕਿਉਂਕਿ ਇਸ ਵਕਤ ਲੋੜ ਆ ਬੋਲ ਕੇ ਆਪਣਾ ਵਿਰੋਧ ਪ੍ਰਗਟ ਕਰਨ ਦੀ ਕਿ ਫਲਾਣਾ ਗਲਤ ਆ ਤੇ ਫਲਾਣਾ ਗਲਤ ਆ। ਜੇਕਰ ਤੁਸੀਂ ਕਿਸੇ ਦਾ ਵਿਰੋਧ ਕਰਨਾ ਹੋਵੇ ਤੇ ਚੁੱਪ ਕਰਕੇ ਬੈਠੇ ਰਹੋ ਡੁੰਨ ਵੱਟਾ ਬਣ ਕੇ, ਤੇ ਉਹ ਕਿਸੇ ਦੇ ਉੱਤੇ ਅਸਰ ਕਰਨ ਵਾਲੀ ਗੱਲ ਨਹੀਂ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਅੰਨਾ ਹਜ਼ਾਰੇ ਨੇ ਅੰਦੋਲਨਕਾਰੀ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਹ ਕੇਂਦਰ ਸਰਕਾਰ ਦੇ ਖਿਲਾਫ ਜਨ ਅੰਦੋਲਨ ਸ਼ੁਰੂ ਕਰ ਦੇਣਗੇ। 83 ਸਾਲਾ ਅੰਨਾ ਹਜ਼ਾਰੇ ਨੇ ਕਿਹਾ, ਲੋਕਪਾਲ ਅੰਦੋਲਨ ਨੇ ਕਾਂਗਰਸ ਸਰਕਾਰ ਨੂੰ ਹਿਲਾ ਦਿੱਤਾ ਸੀ। ਮੈਂ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਉਸੇ ਤਰਜ਼ ਦੇ ਉੱਤੇ ਵੇਖਦਾ ਹਾਂ। ਭਾਰਤ ਬੰਦ ਦੇ ਦਿਨ ਮੈਂ ਆਪਣੇ ਪਿੰਡ ਰਾਲੇਗੜ੍ਹ ਸਿੱਧੀ ਵਿੱਚ ਇੱਕ ਸੰਗਠਨ ਦਾ ਆਯੋਜਨ ਕੀਤਾ। ਮੈਂ ਕਿਸਾਨਾਂ ਦੇ ਸਮਰਥਨ ਦੇ ਵਿੱਚ 1 ਦਿਨ ਦਾ ਉਪਵਾਸ ਵੀ ਕੀਤਾ। ਅੰਨਾ ਨੇ ਕਿਹਾ, ਜੇਕਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਨਹੀਂ ਮੰਨਦੀ ਤਾਂ ਮੈਂ ਇੱਕ ਵਾਰ ਫਿਰ ਜਨ ਅੰਦੋਲਨ ਲਈ ਬੈਠਾਂਗਾ ਜੋ ਲੋਕਪਾਲ ਅੰਦੋਲਨ ਦੇ ਸਮਾਨ ਹੋਵੇਗਾ। ਦੇਸ਼ ਦੇ ਵਿੱਚ ਕਿਸਾਨਾਂ ਦੇ ਮਹੱਤਵਪੂਰਨ ਯੋਗਦਾਨਾਂ ਦੀ ਚਰਚਾ ਕਰਦੇ ਹੋਏ ਅੰਨਾ ਹਜ਼ਾਰੇ ਨੇ ਕਿਹਾ, ਅਜਿਹੇ ਕਿਸੇ ਵੀ ਦੇਸ਼ ਦੇ ਵਿੱਚ ਕਿਸਾਨ ਖਿਲਾਫ ਕਾਨੂੰਨ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ ਜੋ ਖੇਤੀਬਾੜੀ ਦੇ ਉੱਤੇ ਬਹੁਤ ਜ਼ਿਆਦਾ ਨਿਰਭਰ ਹੈ। ਜੇਕਰ ਸਰਕਾਰ ਅਜਿਹਾ ਕਰਦੀ ਹੈ ਤਾਂ ਇਸ ਦੇ ਖਿਲਾਫ ਅੰਦੋਲਨ ਜ਼ਰੂਰੀ ਹੈ। 3 ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਪਿਛਲੇ ਕੁਝ ਮਹੀਨਿਆਂ ਤੋਂ ਹਜ਼ਾਰਾਂ ਕਿਸਾਨ ਅੰਦੋਲਨ ਕਰ ਰਹੇ ਨੇ ਤੇ ਉਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੇਂਦਰ ਸਰਕਾਰ ਤੋਂ ਕਰ ਰਹੇ ਨੇ। ਕਿਸਾਨਾਂ ਨੂੰ ਡਰ ਹੈ ਕਿ ਨਵੇਂ ਕਾਨੂੰਨ ਦੀ ਆੜ ਦੇ ਵਿੱਚ ਨਿੱਜੀ ਖੇਤਰ ਵੱਲੋਂ ਉਹਨਾਂ ਦੀਆਂ ਫਸਲਾਂ ਨੂੰ ਘੱਟ ਕੀਮਤ ਦੇ ਉੱਤੇ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਘੱਟ ਤੋਂ ਘੱਟ ਸਮਰਥਨ ਮੁੱਲ ਤੋਂ ਵੀ ਕਿਸਾਨਾਂ ਨੂੰ ਵਾਂਝਾ ਕੀਤਾ ਜਾ ਸਕਦਾ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਅੰਨਾ ਹਜ਼ਾਰੇ ਦੇ ਵੱਲੋਂ ਇੰਨੇ ਲੰਮੇ ਸਮੇਂ ਬਾਅਦ ਬੋਲਣਾ ਆਪਣੇ ਆਪ ਦੇ ਵਿੱਚ ਹੈਰਾਨੀ ਵਾਲੀ ਗੱਲ ਹੈ। ਤੇ ਜਿਹੜੀ ਗੱਲ ਉਹਨਾਂ ਨੇ ਇਹ ਕਹੀ ਹੈ ਕਿ ਮੈਂ ਜੀ ਲੋਕਪਾਲ ਅੰਦੋਲਨ ਵਰਗਾ ਹੀ ਅੰਦੋਲਨ ਹੁਣ ਕਿਸਾਨੀ ਦੇ ਹੱਕ ਦੇ ਵਿੱਚ ਖੜਾ ਕਰੂੰਗਾ, ਤਾਂ ਸੋਚਣ ਵਿਚਾਰਨ ਵਾਲੀ ਗੱਲ ਇਹ ਆ ਵੀ ਹੁਣ ਨਾਲ ਕੌਣ ਤੁਰੂਗਾ? ਕਿਉਂਕਿ ਅੰਨਾ ਹਜ਼ਾਰੇ ਦੀ ਭਰੋਸੇਯੋਗਤਾ ਹੁਣ ਗਵਾਚ ਚੁੱਕੀ ਹੈ। ਭਾਵੇਂ ਉਮਰ ਦੇ ਤਕਾਜ਼ੇ ਕਰਕੇ ਕਹਿ ਲਈਏ ਜਾਂ ਲੋਕਾਂ ਦੇ ਮਨਾਂ ਵਿੱਚੋਂ ਵੈਸੇ ਭਰੋਸੇਯੋਗਤਾ ਮੁੱਕ ਗਈ ਹੈ ਉਹਨਾਂ ਪ੍ਰਤੀ। ਉਹਨਾਂ ਨੇ ਲੋਕਪਾਲ ਦੇ ਅੰਦੋਲਨ ਤੋਂ ਬਾਅਦ ਵੀ 1-2 ਵਾਰ ਬਹੁਤ ਵੱਡੇ ਪੱਧਰ ਦੇ ਉੱਤੇ ਇਕੱਠ ਕਰਨਾ ਚਾਹਿਆ, ਪਰ ਕੁਝ ਕੁ ਸੈਂਕੜੇ ਲੋਕਾਂ ਦਾ ਇਕੱਠ ਦਿੱਲੀ ਦੇ ਵਿੱਚ ਰਹਿ ਗਿਆ ਸੀ ਤੇ ਹੁਣ ਮੇਰਾ ਖਿਆਲ ਆ ਵੀ ਉਹ ਵੀ ਨਹੀਂ ਰਹਿਣਾ, ਕਿਉਂਕਿ ਇਸ ਵਕਤ ਭਰੋਸੇਯੋਗਤਾ ਦੇ ਵਿੱਚ ਬਹੁਤ ਜ਼ਿਆਦਾ ਗਿਰਾਵਟ ਆ ਚੁੱਕੀ ਹੈ। ਸੋ ਅੰਨਾ ਹਜ਼ਾਰੇ ਬੋਲੇ ਆ, ਆਮ ਲੋਕਾਂ ਵਾਂਗੂ ਬੋਲੇ ਆ। ਚਲੋ ਅਸੀਂ ਇਹਨੂੰ ਉਸ ਪਾਲ ਦੇ ਵਿੱਚ ਹੀ ਰੱਖ ਲੈਂਦੇ ਹਾਂ ਕਿ ਅੱਜ ਦੀ ਤਰੀਕ ਦੇ ਵਿੱਚ ਹਰ ਕੋਈ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰ ਰਿਹਾ, ਪਰ ਇਹ ਗੱਲ ਕਹਿ ਦਈਏ ਕਿ ਅੰਨਾ ਹਜ਼ਾਰੇ ਕੋਈ ਬਹੁਤ ਵੱਡਾ ਚਮਤਕਾਰ ਕਰ ਦੇਣਗੇ, ਇਹ ਕਿਸਾਨੀ ਮਸਲੇ ਦੇ ਵਿੱਚ ਕੋਈ ਨਵਾਂ ਰੰਗ ਭਰ ਦੇਣਗੇ, ਇਹ ਨਵਾਂ ਜੋਸ਼ ਭਰ ਦੇਣਗੇ, ਇਹੋ ਜਿਹੀ ਕੋਈ ਗੱਲ ਨਹੀਂ ਆ। 6.5 ਸਾਲ ਦੀ ਭੇਤ ਭਰੀ ਚੁੱਪ, ਇਉਂ ਲੱਗਦਾ ਕਿ ਮੋਦੀ ਸਰਕਾਰ ਦਾ ਦਬਾਅ ਸੀ
ਜਾਂ ਨੇੜਤਾ ਸੀ ਜਿਹਦੇ ਕਰਕੇ ਉਹ ਚੁੱਪ ਰਹੇ ਆ। ਤੇ ਹੁਣ ਜਦੋਂ ਉਹ ਬੋਲੇ ਆ ਤਾਂ ਲੋਕਾਂ ਨੇ ਉਹਨਾਂ ਨੂੰ ਇੰਨਾ ਜ਼ਿਆਦਾ ਹਲੂਣਿਆ ਵੀ ਜਨਾਬ ਆਪਾਂ ਗਏ ਕਿੱਥੇ ਆ, ਸ਼ਾਇਦ ਉਹ ਇਸ ਕਰਕੇ ਬੋਲੇ ਆ। ਸੋ ਅੰਨਾ ਹਜ਼ਾਰੇ ਹੋਰਾਂ ਦਾ ਇਸ ਮੋੜ ਦੇ ਉੱਤੇ ਆ ਕੇ ਬੋਲਣਾ ਇਹ ਕੋਈ ਮੈਨੂੰ ਲੱਗਦਾ ਨਿੱਜੀ ਤੌਰ ਦੇ ਉੱਤੇ ਕੋਈ ਬਹੁਤੇ ਮਹੱਤਵਪੂਰਨ ਜਾਂ ਬਹੁਤੇ ਮਾਇਨੇ ਵਾਲੀ ਗੱਲ ਤਾਂ ਨਹੀਂ ਆ, ਪਰ ਉਹ ਬੋਲੇ ਥੋੜ੍ਹੀ ਜਿਹੀ ਇਸ ਗੱਲ ਦੀ ਤਸੱਲੀ ਆ ਵੀ ਚਲੋ ਕੁਝ ਤਾਂ ਬੋਲੇ। ਆਮ ਤੌਰ 'ਤੇ ਉਹੀ ਕਹਿੰਦੇ ਹੁੰਦੇ ਆ ਮੈਂ ਤਾਂ ਮੌਨ ਰੱਖੂੰਗਾ, ਮੈਂ ਤਾਂ ਅਨਸ਼ਨ ਕਰੂੰਗਾ। ਇਸ ਗੱਲ ਤੋਂ ਵੀ ਅੱਗੇ ਉਹਨਾਂ ਨੇ ਪੈਰ ਪੱਟਿਆ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਆਗਿਆ। ਬਹੁਤ ਬਹੁਤ ਮਿਹਰਬਾਨੀ।